सतनाम वाहिगुरु साहिब जी। सतनाम वाहिगुरु साहिब जी। एक ओंकार सतनाम करता पुरख निर्भौ निर्वैर। अकाल मूरत अजूनी सैभं गुर प्रसाद। जाप आद सच जुगाद सच है भी सच। नानक होसी भी सच। पूरा प्रभ आराध्या पूरा जाका नाओ। नानक पूरा पाया पूरे के गुण गाओ। जैसा सतगुर सुनीदा तैसो ही मैं डीठ। बिछड़िया मेले प्रभु हर दरगह का वसीठ। हर नामो मंत्र दृढ़ाए दा कट्टे हों मैं रोग। नानक सतगुर तिना मिलाया जिन धुरे पया संजोग। सतनाम वाहिगुरु साहिब जी। गौड़ी बावन अखरी महला पंजवा। एक ओंकार सतगुर प्रसाद। सलोक माया डोलै बहु विधि मन लपट्यो तिह संग। मांगन ते जिह तुम रखो सो नानक नाम है रंग। माया डोलै बहु विधि मन लपट्यो तिह संग। मांगन ते जिह तुम रखो सो नानक नाम है रंग। पौड़ी मम्मा मांगन हार इयाना देन हार दे रहो सुजाना। जो दीनो सो एक है वार मन मूर्ख कह करहे पुकार। जो मांग है तो मांग है बिया ताते कुशल न काहूँ थिया। मांगन मांगत एक है मांग नानक जाते परहे पराग। मांगन मांगत एक है बार नानक जाते परहे पराग। वाहिगुरु जी का खालसा वाहिगुरु जी की फतेह। जुगो जुग अटल चावर तख्त दे मालक। लोक परलोक दे राखे जाहरा जहूर हाजरा हजूर। सर्ब कला भरपूर जागदी जोत धन धन साहिब श्री गुरु ग्रंथ साहिब महाराज जी। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत कृपा की है। संगतां नूं अमृत वेले दे खुले दर्शन दीदारे बख्शे हन। आओ अमृत वेले की संभाल करते हुए साहिब श्री गुरु ग्रंथ साहिब महाराज जी के दर्शन दीदारे करते हुए
ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ, ਡੰਡੌਤ ਵੰਦਨਾ ਕਰਦੇ ਹੋਏ, ਅਰਦਾਸਾਂ ਬੇਨਤੀਆਂ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੜੀ ਅਪਾਰ ਰਹਿਮਤ ਕਿਰਪਾ ਹੋਈ ਹੈ ਕਿ ਲੜੀਵਾਰ ਵਿਚਾਰ ਕਾਫੀ ਸਮੇਂ ਤੋਂ ਪ੍ਰਾਰੰਭ ਹੈ। ਗੌੜੀ 52 ਅੱਖਰੀ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਇਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ਼ਲੋਕ ਦੇ ਅੰਦਰ ਮਹਾਰਾਜ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਸਮਝਾ ਰਹੇ ਹਨ, ਬਾਣੀ ਦੁਆਰਾ ਮਾਇਆ ਡੋਲੇ ਬਹੁ ਵਿਧੀ, ਕਿ ਮਹਾਰਾਜ ਹੈ ਪਰਮੇਸ਼ਰ ਤੇਰੀ ਮਾਇਆ ਬਹੁਤ ਵਿਧੀ ਬਹੁਤ ਤਰੀਕਿਆਂ ਕਰਕੇ ਡੋਲਦੀ ਭਾਵ ਵਿਚਰਦੀ ਫਿਰਦੀ ਹੈ ਇਸ ਜੀਵਾਂ ਦੇ ਵਿੱਚ। ਮਾਇਆ ਡੋਲੇ ਬਹੁ ਵਿਧੀ, ਕਿ ਹੈ ਪਰਮੇਸ਼ਰ ਤੇਰੀ ਮਾਇਆ ਬਹੁਤ ਵਿਧੀ ਹੁੰਦਾ ਤਰੀਕਿਆਂ ਕਰਕੇ, ਡੋਲੇ ਡੋਲਦੀ ਭਾਵ ਵਿਚਰਦੀ ਫਿਰਦੀ ਹੈ ਸੰਸਾਰੀ ਜੀਵਾਂ ਦੇ ਵਿੱਚ। ਇਸ ਮਾਇਆ ਦੀ ਪ੍ਰਾਪਤੀ ਵਾਸਤੇ ਜੀਵ ਬਹੁਤ ਤਰੀਕਿਆਂ ਕਰਕੇ ਡੋਲ ਰਿਹਾ ਹੈ। ਮਨ ਲਪਟਿਓ ਤੇ ਸੰਗ, ਤੇ ਇਹ ਮਨ ਉਸ ਮਾਇਆ ਦੇ ਸੰਗ ਮਾਇਆ ਦੇ ਨਾਲ ਲਪਟ ਰਿਹਾ ਹੈ। ਮਾਇਆ ਵੀ ਬਹੁਤ ਤਰੀਕਿਆਂ ਨਾਲ ਇਹਨਾਂ ਜੀਵਾਂ ਦੇ ਵਿੱਚ ਵਿਚਰਦੀ ਫਿਰਦੀ ਹੈ। ਇਸ ਮਾਇਆ ਦੀ ਪ੍ਰਾਪਤੀ ਵਾਸਤੇ ਜੀਵ ਵੀ ਬਹੁਤ ਤਰੀਕਿਆਂ ਕਰਕੇ ਡੋਲ ਰਿਹਾ ਹੈ, ਤੇ ਮਨ ਉਸ ਮਾਇਆ ਦੇ ਨਾਲ ਇਸ ਜੀਵ ਦਾ ਲੰਪਟ ਹੋ ਰਿਹਾ ਹੈ। ਮੰਗਣ ਤੇ ਜੇ ਤੁਮ ਰੱਖੋ, ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਇਹ ਪਰਮੇਸ਼ਰ, ਜਿਨ੍ਹਾਂ ਨੂੰ ਤੁਸੀਂ ਮਾਇਆ ਦੇ ਮੰਗਣ ਤੋਂ ਰੱਖਦੇ ਹੋ ਉਹਨਾਂ ਦੇ ਅੰਦਰੋਂ ਮਾਇਆ ਦੀ ਮੰਗ ਮਿਟ ਜਾਂਦੀ ਹੈ। ਉਹ ਮਾਇਆ ਨਹੀਂ ਮੰਗਦਾ। ਮੰਗਣ ਤੇ ਜੇ ਤੁਮ ਰੱਖੋ, ਸੋ ਨਾਨਕ ਨਾਮ ਹੈ ਰੰਗ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਇਹ ਪਰਮੇਸ਼ਰ ਜਿਹੇ ਜਿਨ੍ਹਾਂ ਨੂੰ ਤੁਸੀਂ ਮਾਇਆ ਦੇ ਮੰਗਣ ਤੋਂ ਰੱਖਦੇ ਹੋ ਉਹਨਾਂ ਦੇ ਅੰਦਰੋਂ ਮਾਇਆ ਦੀ ਮੰਗ ਮਿਟ ਜਾਂਦੀ ਹੈ। ਉਹ ਮਾਇਆ ਨਹੀਂ ਮੰਗਦੇ, ਉਹ ਮਾਇਆ ਨਹੀਂ ਮੰਗਦੇ। ਉਹ ਕਹਿੰਦੇ ਹਨ, ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਐ ਉਤਰੈ ਮਨ ਕੀ ਭੁੱਖ। ਉਹ ਮਾਇਆ ਨਹੀਂ ਮੰਗਦੇ, ਉਹ ਨਾਮ ਦੀ ਦਾਤ ਮੰਗਦੇ ਹਨ। ਉਹ ਪੁਰਖ ਨਾਮ ਹੈ ਰੰਗ, ਤੇ ਨਾਮ ਦੇ ਰੰਗ ਨਾਮ ਦੇ ਪ੍ਰੇਮ ਵਾਲੇ ਹੁੰਦੇ ਹਨ, ਜਿਹੜੇ ਮਾਇਆ ਦੀ ਮੰਗ ਨਹੀਂ ਰੱਖਦੇ। ਮਾਇਆ ਦੀ ਮੰਗ ਜਿਨ੍ਹਾਂ ਦੇ ਅੰਦਰੋਂ ਮਿਟ ਜਾਂਦੀ ਹੈ, ਕਿ ਉਹ ਪੁਰਖ ਨਾਮ ਦੇ ਰੰਗ ਵਾਲੇ ਹੁੰਦੇ ਹਨ, ਨਾਮ ਦੇ ਪ੍ਰੇਮ ਵਾਲੇ ਹੁੰਦੇ ਹਨ। ਜਿਨ੍ਹਾਂ ਨੂੰ ਤੁਸੀਂ ਮਾਇਆ ਰੂਪੀ ਇਸਤਰੀ ਤੋਂ ਰੱਖ ਲੈਂਦੇ ਹੋ, ਉਹ ਹੀ ਤੁਹਾਡੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ, ਰੱਤੇ ਜਾਂਦੇ ਹਨ। ਜਿਨ੍ਹਾਂ ਨੂੰ ਤੁਸੀਂ ਮਾਇਆ ਰੂਪੀ ਅਗਨੀ ਤੋਂ ਰੱਖ ਲਵੋ, ਉਹ ਨਾਮ ਦੇ ਵਿੱਚ ਰੰਗੇ ਜਾਂਦੇ ਹਨ। ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਮੰਮਾ ਮੰਗਨ ਹਾਰ ਏਆਨਾ। ਮੰਮੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਮੰਗਨ ਹਾਰ ਮੰਗਣ ਵਾਲਾ ਜੀਵ ਇਆਣਾ ਹੈ, ਅਗਿਆਤ ਹੈ, ਅਲਪੱਗ ਹੈ, ਤੁੱਛ ਹੈ, ਕਿ ਇਸ ਨੂੰ ਪਤਾ ਨਹੀਂ ਕੀ ਮੰਗਣਾ ਹੈ। ਮੰਮਾ ਮੰਗਨ ਹਾਰ ਏਆਨਾ, ਮੰਮੇ ਅੱਖਰ ਦੁਆਰਾ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ ਮੰਗਣਹਾਰ ਮੰਗਣ ਵਾਲਾ ਜੀਵ ਇਆਨਾ ਅਗਿਆਤ ਭਾਵ ਅਲਪੱਗ ਹੈ, ਤੁੱਛ ਹੈ। ਇਹ ਨਿਆਣਿਆਂ ਦੀ ਤਰ੍ਹਾਂ ਹੈ
ਦੇਣਹਾਰ ਦੇ ਰਹਿਓ ਸੁਜਾਨਾ, ਕਿ ਦੇਣ ਵਾਲਾ ਸੁਜਾਨਾ ਅੰਤਰਜਾਮੀ ਪਰਮੇਸ਼ਰ ਸਭ ਨੂੰ ਹੀ ਕਰਮਾਂ ਅਨੁਸਾਰ ਦੇ ਰਿਹਾ ਹੈ। ਫਿਰ ਵੀ ਇਹ ਜੀਵ ਮੰਗਣੋਂ ਨਹੀਂ ਹਟਦਾ। ਇਸ ਨੂੰ ਗਿਆਤ ਨਹੀਂ, ਇਸ ਨੂੰ ਸਮਝ ਨਹੀਂ, ਇਹ ਅਲਪੱਗ ਹੈ, ਤੁੱਛ ਬੁੱਧੀ ਵਾਲਾ ਹੈ, ਇਸ ਨੂੰ ਸਮਝ ਨਹੀਂ। ਪਰ ਦੇਣਹਾਰ ਦੇ ਰਹਿਓ ਸੁਜਾਨਾ, ਕਿ ਦੇਣ ਵਾਲਾ ਸੁਜਾਨਾ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਸਭ ਨੂੰ ਕਰਮਾਂ ਅਨੁਸਾਰ ਦੇ ਰਿਹਾ ਹੈ। ਜਿਹੇ ਜੇ ਕਿਸੇ ਦੇ ਕਰਮ ਹਨ ਉਹੋ ਜਿਹਾ ਸਭ ਨੂੰ ਦੇ ਰਿਹਾ ਹੈ। ਪਰ ਫਿਰ ਵੀ ਇਹ ਜੀਵ ਮੰਗਣੋਂ ਨਹੀਂ ਹਟਦਾ। ਜੋ ਦੀਨੋ ਸੋ ਇੱਕ ਹੀ ਵਾਰ, ਜਿਹੜਾ ਹਰੀ ਪਰਮੇਸ਼ਰ ਨੇ ਦੇਣਾ ਹੈ ਸੋ ਇੱਕ ਹੀ ਵਾਰ ਉਹ ਪਰਾਲਬਧ ਬਣਾ ਕਰਕੇ ਇੱਕ ਵਾਰੀ ਦੇ ਦਿੰਦਾ ਹੈ, ਕਿ ਇਤਨਾ ਸੁੱਖ ਤੇ ਇਤਨਾ ਜਸ ਮਿਲੇਗਾ। ਉਹ ਪਰਮੇਸ਼ਰ ਇੱਕ ਵਾਰੀ ਹੀ ਦੇ ਦਿੰਦਾ ਹੈ। ਮਨ ਮੂਰਖ ਕਹਿ ਕਰਹਿ ਪੁਕਾਰ, ਮਹਾਰਾਜ ਜੀ ਕਹਿਣ ਲੱਗੇ, ਹੇ ਮੂਰਖ ਮਨਾ, ਫੇਰ ਤੂੰ ਕਿਸ ਦੇ ਅੱਗੇ ਪੁਕਾਰ, ਕਿਸ ਦੇ ਅੱਗੇ ਫਰਿਆਦ ਕਰਦਾ ਫਿਰਦਾ ਹੈ। ਜਿਹੜਾ ਹਰੀ ਪਰਮੇਸ਼ਰ ਨੇ ਦੇਣਾ ਹੈ ਉਹ ਪਰਾਲਬਧ ਬਣਾ ਕੇ ਇੱਕ ਵਾਰੀ ਦੇ ਦਿੰਦਾ ਹੈ। ਇਤਨਾ ਸੁੱਖ ਜਾਂ ਇਤਨਾ ਜਸ ਮਿਲੇਗਾ ਉਹ ਇੱਕ ਵਾਰੀ ਹੀ ਦੇ ਦਿੰਦਾ ਹੈ। ਮਨ ਮੂਰਖ ਕਹਿ ਕਰਹਿ ਪੁਕਾਰ, ਹੇ ਮੂਰਖ ਮਨਾ, ਫਿਰ ਤੂੰ ਕਿਸ ਅੱਗੇ ਫਰਿਆਦ ਕਰਦਾ ਹੈ। ਉਹ ਪਰਮੇਸ਼ਰ ਨੇ ਤੈਨੂੰ ਸਭ ਕੁਝ ਇੱਕ ਵਾਰੀ ਹੀ ਦੇਣਾ ਕੀਤਾ ਹੈ, ਸਭ ਕੁਝ ਦੇ ਦਿੱਤਾ ਹੈ। ਜੋ ਮੰਗਹਿ ਤੋ ਮੰਗਹਿ ਬੀਆ, ਜਦੋਂ ਤੂੰ ਕੁਝ ਮੰਗਦਾ ਹੈ, ਹੇ ਜੀਵ, ਜਦੋਂ ਤੂੰ ਕੁਝ ਮੰਗਦਾ ਹੈ, ਤੋ ਮੰਗਹਿ ਬੀਆ, ਤੋ ਤਦ ਬੀਆ, ਦੂਸਰੀਆਂ ਭਾਵ ਦਵੈਤ ਵਾਲੀਆਂ ਚੀਜ਼ਾਂ ਹੀ ਮੰਗਦਾ ਹੈ। ਪਰਮੇਸ਼ਰ ਦਾ ਨਾਮ ਨਹੀਂ ਮੰਗਦਾ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਮੰਗਦਾ, ਪਰਮੇਸ਼ਰ ਦੀ ਭਗਤੀ ਨਹੀਂ ਮੰਗਦਾ, ਕਿ ਜਿਹੜੀਆਂ ਦਵੈਤ ਵਾਲੀਆਂ ਚੀਜ਼ਾਂ ਹਨ ਉਹ ਮੰਗਦਾ ਹੈ। ਜਾਂ ਤੇ ਕੁਸਲ ਨਾ ਕਾਹੂ ਥੀਆ, ਕਿ ਇਹ ਜਿਹੀਆਂ ਚੀਜ਼ਾਂ ਮੰਗਦਾ ਹੈ ਜਿਨ੍ਹਾਂ ਤੋਂ ਤੈਨੂੰ ਕਦੇ ਕੁਸਲ ਕਦੇ ਸੁੱਖ ਨਹੀਂ ਹੋਇਆ। ਇਹੋ ਜਿਹੀਆਂ ਚੀਜ਼ਾਂ ਤੂੰ ਮੰਗਦਾ ਹੈ ਜਿਨ੍ਹਾਂ ਚੀਜ਼ਾਂ ਤੋਂ ਤੈਨੂੰ ਕਦੇ ਕੁਸਲ ਹੁੰਦਾ, ਸੁੱਖ ਨਹੀਂ ਹੋਇਆ। ਜੈਸਾ ਕਿ ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨਾ ਕੀਓ ਕਾਜ ਮਾਇਆ ਪੂਰੇ, ਕਿ ਇਹ ਮੰਗਾ ਮੰਗਦੇ ਮੰਗਦੇ ਥੱਕ ਗਏ, ਕਿਸੇ ਦਾ ਕਾਜ ਮਾਇਆ ਨੇ ਨਹੀਂ ਸੰਵਾਰਿਆ, ਉਹ ਪਰਮੇਸ਼ਰ ਹੀ ਸੰਵਾਰਦਾ ਹੈ। ਜੋ ਕੁਝ ਕਰ ਰਿਹਾ ਹੈ ਉਹ ਪਰਮੇਸ਼ਰ ਹੀ ਕਰ ਰਿਹਾ ਹੈ। ਮੰਗਨ ਮੰਗਤ ਇੱਕ ਹੀ ਮਾਂਗ, ਮਹਾਰਾਜ ਜੀ ਕਹਿਣ ਲੱਗੇ, ਹੇ ਜੀਵ, ਜੇ ਤੂੰ ਕੋਈ ਮਾਂਗਤ ਮੰਗਣੀ ਵੀ ਹੈ ਤਾਂ ਗੁਰਾਂ ਪਾਸੋਂ ਇੱਕ ਹਰੀ ਵਾਹਿਗੁਰੂ ਦੇ ਨਾਮ ਦੀ ਮੰਗਣੀ ਕਰ। ਮੰਗਨ ਮੰਗਤ ਇੱਕ ਹੀ ਮਾਂਗ, ਨਾਨਕ ਤੇ ਪਰੇ ਪਰਾਗ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਜੇਕਰ ਤੂੰ ਕੋਈ ਮਾਂਗਤ ਮੰਗਣੀ ਵੀ ਹੈ ਤਾਂ ਗੁਰਾਂ ਪਾਸੋਂ ਇੱਕ ਹੀ ਮਾਂਗ, ਇੱਕ ਹਰੀ ਵਾਹਿਗੁਰੂ ਦੇ ਨਾਮ ਦੀ ਮੰਗਣੀ ਕਰ। ਨਾਨਕ ਜਾਂ ਤੇ ਪਰੇ ਪਰਾਗ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਮੰਗਣ ਤੋਂ ਤੈਨੂੰ ਪਰਮ ਗਤੀ ਪ੍ਰਾਪਤ ਹੋ ਜਾਏ, ਭਾਵ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ, ਉਹ ਨਾਮ ਦੀ ਦਾਤ ਮੰਗਣਾ ਕਰ। ਕਿ ਨਾਮ ਦੀ ਦਾਤ ਜੇ ਮਿਲ ਜਾਏ ਤਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਸਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ, ਜਿਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ। ਪੌੜੀ ਮਮਾ ਜਾਹੂੰ ਮਰਮ ਪਛਾਨਾ, ਭੇਟਤ ਸਾਧ ਸੰਗ ਪਤਿਆਨਾ।
दुख सुख ओ आकै समत विचारा, नरक सुरग रहत अवतारा। ताहू संग ताहू निर्लेपा, पूर्ण घट घट पुरख विसेखा। उआ रस मैं उआहू सुख पाया, नानक लिपत नहीं तिह माया। महाराज जी 249 अंग ते गौड़ी 52 अखरी दे अंदर महला पंजवा पंजवें पातशाह गुरु अर्जन देव महाराज जी श्लोक दे अंदर बड़े ही विचार द्वारा समझा रहे हैं। मत पूरी प्रधान ते गुर पूरे मन मंत, कि जिन्हां ने पूर्ण सतगुरां गुरु नानक देव जी का मंत मंत्र वाहिगुरु गुर मंत्र हिरदे विच धारिया है। गुर पूरे मन मंत, ओह पूरी मत पूरी बुद्धि वाले सारिਆਂ तो प्रधान सारिਆਂ तो मुखी हैं। मत पूरी प्रधान ते गुर पूरे मन मंत, जिन्हां ने पूरे पूर्ण सतगुरु गुरु नानक देव जी का मंत मंत्र वाहिगुरु गुर मंत्र हिरदे विच धारिया है। ओह पूर्ण बुद्धि वाले सारिਆਂ तो प्रधान सारिਆਂ तो मुखी हैं, जिन्हां दे मन विच पूर्ण भाव श्रोमणी वाहिगुरु मंत्र वस गया है। ओह पूर्ण बुद्धि वाले आत्म विषैणी बुद्धि वाले प्रधान मुखी हैं। जिन जान्यो प्रभ अपना, नानक ते भगवंत सतगुरु जी कथन करते हैं कि जिह जान्यो, जिह जिन्हां ने प्रभु हरि वाहिगुरु नूं अपना जानिया है कि मेरा परमेसर है, ओह पुरख भगवंत भागां वाले हैं। वो तां भगवंत हरि दा स्वरूप ही हैं। पौड़ी पौड़ी दे अंदर महाराज जी कथन करते हैं, मम्मा जाहूँ मर्म पछाना। मम्मे अखर द्वारा कथन करते हैं कि जाहूँ जिन्हां ने गुरां द्वारा हरि वाहिगुरु दा मर्म भेद पछाणिया है, उन्हां दा मन भेटत साध संग पतियाना। उन्हां दा मन साध संग सत संगत दे नाल मिलन करके पतियाना भरोसे वाला होया है। उन्हां दा चित्त ब्रह्म ज्ञान, उन्हां दा चित्त ब्रह्म विच उस परमेसर विच पतीज गया है। जैसा कि कहे कबीर मन मानिया, मन मानिया तो हर जानिया। कि जिन्हां दा मन मन गया, कि मन मानिया, जदों मन मन गया तो हर जानिया, तो उन्होंने हरि वाहिगुरु परमेश्वर नूं जान लिया है। मम्मे अखर द्वारा महाराज जी कथन करते हैं, जाहूँ मर्म पछाना। जाहूँ जिन्हां ने गुरां द्वारा हरि वाहिगुरु दा मर्म भेद पछाणिया है, उन्हां दा मन सत संगत दे नाल मिलन करके भरोसे वाला होया है। दुख सुख आकै समत विचारा। उन्हां दे हिरदे विच दुख सुख समत हुंदा बराबर, भाव समता नाल विचारिया गया है। भाव वो दुख सुख नूं एक बराबर समझते हैं। इस करके वो नरक सुरग रहत अवतारा। इस करके वो नरक सुरग स्वर्ग विच अवतारा जन्म तो रहत हैं। इस करके महापुरख स्वर्ग अते जन्म धारण तो रहत भाव मुक्त हैं। सकाम कर्म नहीं करते, कामना तो रहत होके बंदगी करते हैं। बंदगी करते हैं जिमें किसी कैदी दे सोने की बेड़ी पा देगे। है तो कैदी ही नरक दे दुख लोहे की बेड़ी न्याई हैं, ते स्वर्ग दे सुख सोने की बेड़ी दे बराबर हैं। महापुरख
ਇਸ ਕਰਕੇ ਨਰਕ ਸੁਰਗ ਤੋਂ ਰਹਿਤ ਹਨ। ਜੀਵ ਆਤਮਾ ਕੈਦੀ ਦੀ ਨਿਆਈ ਹੈ, ਤਾਹੂ ਸੰਗ ਤਾਹੂ ਨਿਰਲੇਪਾ। ਉਹ ਸਰੀਰ ਕਰਕੇ ਤਾਹੂ ਤਿਸ ਮਾਇਆ ਦੇ ਸੰਗ ਤਿਸ ਮਾਇਆ ਨਾਲ ਪ੍ਰਤੀਤ ਹੁੰਦੇ ਹਨ ਅਤੇ ਮਨ ਕਰਕੇ ਤਿਸ ਮਾਇਆ ਤੋਂ ਨਿਰਲੇਪਾ ਅਸੰਗ ਰਹਿੰਦੇ ਹਨ। ਉਹ ਮਹਾਤਮਾ ਜਨ ਸੂਖਮ ਸਥੂਲ ਦੇਹਾਂ ਦੇ ਨਾਲ ਰਹਿੰਦੇ ਵੀ ਹਨ। ਉਹ ਅਭਿਮਾਨ ਨਹੀਂ ਕਰਦੇ, ਉਹਨਾਂ ਤੋਂ ਸਦਾ ਨਿਰਲੇਪ ਰਹਿੰਦੇ ਹਨ। ਪੂਰਨ ਘਟ ਘਟ ਪੁਰਖ ਵਸੇਖਾ, ਕਿ ਜਿਵੇਂ ਰਾਜੇ ਜਨਕ ਨੂੰ ਰਾਜ ਗੱਦੀ ਪ੍ਰਾਪਤ ਹੋਈ ਸੀ, ਉਹ ਰਾਜ ਗੱਦੀ ਸਹਿਤ ਹੋ ਕੇ ਪਦਾਰਥਾਂ ਦਾ ਮਾਨ ਨਹੀਂ ਸੀ ਕਰਦਾ, ਸਦਾ ਨਿਰਲੇਪਾ ਰਹਿੰਦਾ ਸੀ, ਨਿਰਲੇਪ ਰਹਿੰਦਾ ਸੀ। ਜਿਵੇਂ ਕਮਲ ਪਾਣੀ ਵਿੱਚ ਰਹਿੰਦਾ ਹੈ, ਸੂਰਜ ਦੇ ਧਿਆਨ ਕਰਕੇ ਪਾਣੀ ਤੋਂ ਨਿਰਲੇਪ ਰਹਿੰਦਾ ਹੈ। ਉਹਨਾਂ ਨੂੰ ਮਹਾਰਾਜ ਜੀ ਕਹਿਣ ਲੱਗੇ ਘਟ ਪੂਰਨ ਘਟ ਘਟ ਪੁਰਖ ਵਸੇਖਾ, ਕਿ ਉਹਨਾਂ ਨੇ ਵਸੇਖਾ ਵਿਸ਼ੇਸ਼ ਕਰਕੇ ਪੂਰਨ ਪੁਰਖ ਪਰਮੇਸ਼ਰ ਨੂੰ ਘਟ ਘਟ ਘਟਾਂ ਘਟਾਂ ਵਿੱਚ ਹਿਰਦਿਆਂ ਹਿਰਦਿਆਂ ਵਿੱਚ ਜਾਣਿਆ ਹੈ। ਉਹਨਾਂ ਨੇ ਉਸ ਪੂਰਨ ਅਕਾਲ ਪੁਰਖ ਹਰੀ ਵਾਹਿਗੁਰੂ ਨੂੰ ਘਟਾਂ ਘਟਾਂ ਭਾਵ ਚਾਰ ਖਾਣੀਆਂ ਦੇ ਅੰਤਹਿ ਕਰਨ ਅੰਦਰ ਆਕਾਸ਼ ਦੀ ਨਿਆਈ ਵਿਸ਼ੇਸ਼ ਕਰਕੇ ਵਿਆਪਕ ਜਾਣਿਆ ਹੈ। ਵਾ ਰਸ ਮੈਂ ਵਾਹੂ ਸੁਖ ਪਾਇਆ, ਉਹਨਾਂ ਨੇ ਵਾ ਉਸ ਆਤਮ ਰਸ ਦੇ ਵਿੱਚੋਂ ਉਹ ਜੀਵਨ ਮੁਕਤੀ ਦੇ ਸੁੱਖ ਨੂੰ ਪਾਉਣਾ ਕੀਤਾ ਹੈ। ਨਾਨਕ ਲਿਪਤ ਨਹੀਂ ਤੇ ਮਾਇਆ, ਸਤਿਗੁਰੂ ਜੀ ਸਮਝਾ ਰਹੇ ਹਨ ਕਿ ਉਹਨਾਂ ਨੂੰ ਮਾਇਆ ਲੁਪਾਏ ਮਾ ਨਹੀਂ ਕਰ ਸਕਦੀ, ਸਪਰਸ਼ ਨਹੀਂ ਕਰਦੀ। ਜਿਨ੍ਹਾਂ ਨੇ ਆਤਮ ਰਸ ਵਿੱਚੋਂ ਉਹ ਜੀਵਨ ਮੁਕਤੀ ਦੇ ਸੁੱਖ ਨੂੰ ਪਾਉਣਾ ਕੀਤਾ ਹੈ, ਜੋ ਆਤਮਾ ਨਾਮ ਦਾ ਰਸ ਲੈ ਕੇ ਕਿ ਉਹ ਜੀਵਨ ਮੁਕਤੀ ਦੇ ਸੁੱਖ ਨੂੰ ਪਾਉਣਾ ਕੀਤਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਫਿਰ ਉਹਨਾਂ ਨੂੰ ਮਾਇਆ ਲੁਪਾਏ ਮਾਨ ਨਹੀਂ ਕਰ ਸਕਦੀ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਕਿ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹਨਾਂ ਨੂੰ ਮਾਇਆ ਲੁਪਾਏ ਮਾਨ ਨਹੀਂ ਕਰ ਸਕਦੀ, ਜਿਨ੍ਹਾਂ ਨੇ ਆਤਮ ਰਸ ਦੇ ਨਾਲ ਜੀਵਨ